ਸਿੱਖਾਂ ਨੇ ਆਪਦੀ ਪਹਿਲੀ ਜੰਗ ਕਦੋਂ ਲੜੀ, ਕਿਹਦੇ ਖਿਲਾਫ ਲੜੀ, ਜੰਗ 'ਚ ਸ਼ਹੀਦ ਹੋਣ ਵਾਲਾ ਪਹਿਲਾ ਸਿੱਖ ਕੌਣ ਸੀ। ਇੱਕ ਪਾਸੇ ਮੁਗਲਾਂ ਦੀ 7000 ਦੀ ਫੌਜ, ਇੱਕ ਪਾਸੇ ਗੁਰੂ ਦੇ ਸਿਰਫ 700 ਸਿੱਖ। ਇੱਕ ਦਿਨ ਗੁਰੂ ਸਾਹਿਬ ਦੇ ਸਿੱਖ ਸ਼ਿਕਾਰ ਕਰਨ ਗਏ ਅੰਮ੍ਰਿਤਸਰ ਦੇ ਨੇੜੇ ਹੀ ਜੰਗਲਾਂ 'ਚ। ਉਧਰੋਂ ਸ਼ਾਹਜਹਾਨ ਆਇਆ ਹੋਇਆ ਸ਼ਿਕਾਰ ਕਰਨ। ਸਿੱਖਾਂ ਨੇ ਸ਼ਿਕਾਰ ਕਰਨ ਵਾਸਤੇ ਆਪਦਾ ਬਾਜ ਉਡਾਤਾ ਤੇ ਸਿੱਖਾਂ ਦੇ ਬਾਜ ਨੇ ਕੀ ਕੀਤਾ, ਮੁਗਲਾਂ ਦਾ ਬਾਜ ਫੜ ਲਿਆ। ਮੁਗਲਾਂ ਦੇ ਸਿਪਾਹੀ ਆਏ, ਸਿੱਖਾਂ ਤੇ ਮਾਰਿਆ ਰੋਹਬ, ਕਹਿੰਦੇ ਦੋ ਸਾਡਾ ਬਾਜ। ਇਹ ਕਹਿੰਦੇ ਤੁਸੀਂ ਬਾਜ ਭਾਲਦੇ ਹੋ, ਥੋੜਾ ਦਾ ਤਾਜ ਵੀ ਲਵਾਂਗੇ ਹੁਣ ਅਸੀਂ। ਕਹਿੰਦੇ ਕੁੱਟ ਕੇ ਭਜਾ ਤੇ ਮੁਗਲ। ਗੱਲ ਪਹੁੰਚ ਗਈ ਸ਼ਾਹਜਹਾਨ ਕੋਲ। ਸ਼ਾਹਜਹਾਨ ਕਹਿੰਦਾ ਉੱਠੋ, ਕਹਿੰਦਾ ਕੋਈ ਮਾਈ ਦਾ ਲਾਲ। ਕਹਿੰਦੇ ਫਿਰ ਇੱਕ 26 ਸਾਲ ਦਾ ਨੌਜਵਾਨ ਉੱਠਿਆ, ਨਾਮ ਹੈ ਉਹਦਾ ਮੁਖਲਿਸ ਖਾਨ। ਉੱਠਿਆ, ਪਾਨ ਦਾ ਬੀੜਾ ਚਬਾਇਆ ਤੇ ਤਲਵਾਰ ਨੰਗੀ ਹੱਥ 'ਚ ਫੜ ਲਈ। ਕਹਿੰਦਾ ਬੰਨ ਕੇ ਲੈ ਕੇ ਆਊਂ ਗੁਰੂ ਹਰਗੋਬਿੰਦ ਨੂੰ ਤੁਹਾਡੇ ਸਾਹਮਣੇ ਇੱਥੇ। ਕਹਿੰਦਾ ਜੇ ਜਿਉਂਦਾ ਨਾ ਫੜ ਕੇ ਲਿਆਇਆ ਤਾਂ ਸਿਰ ਲੈ ਕੇ ਆਊਂ। ਐਡਾ ਹੰਕਾਰ ਦੇਖੋ। 7000 ਦੀ ਉਹਨੂੰ ਫੌਜ ਦੇਤੀ ਸ਼ਾਹਜਹਾਨ ਨੇ। ਜਾ ਕਹਿੰਦਾ ਕਰਦੇ ਹਮਲਾ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੇਟੀ ਦੇ ਵਿਆਹ ਦੀ ਤਿਆਰੀ ਚੱਲ ਰਹੀ ਸੀ ਉਦੋਂ। ਕਹਿੰਦਾ ਜਾ ਆਪਦੇ ਗੁਰੂ ਨੂੰ ਕਹਿ ਮੇਰੇ ਨਾਲ ਸਿੱਧਾ ਮੁਕਾਬਲਾ ਕਰੇ। ਗੁਰੂ ਸਾਹਿਬ ਨੂੰ ਜਦੋਂ ਪਤਾ ਲੱਗਿਆ ਤਾਂ ਗੁਰੂ ਸਾਹਿਬ ਆ ਗਏ ਅੱਗੇ। ਗੁਰੂ ਸਾਹਿਬ ਕਹਿੰਦੇ ਫਿਰ ਚੱਲ ਕਰ ਵਾਰ। ਕਹਿੰਦੇ ਤੂੰ ਆਇਆ ਸਾਡੇ ਤੇ ਚੜ ਕੇ, ਅਸੀਂ ਨਹੀਂ ਵਾਰ ਕਰਾਂਗੇ, ਪਹਿਲਾਂ ਤੂੰ ਕਰ। ਇੱਕ ਨਹੀਂ ਕਹਿੰਦੇ, ਦੋ ਨਹੀਂ, 3 ਵਾਰ ਕਰ। ਕੀਤਾ ਜਦੋਂ ਕਹਿੰਦੇ ਉਹਨੇ ਵਾਰ। ਫਿਰ ਜਹਾਂਗੀਰ ਨੇ ਚੰਦੂ ਨੂੰ ਗੁਰੂ ਸਾਹਿਬ ਦੇ ਹਵਾਲੇ ਕਰਤਾ। ਚੰਦੂ ਦੀ ਵਜ੍ਹਾ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਸੀ। ਗੁਰੂ ਦੇ ਸਿੰਘਾਂ ਨੇ ਉਹਦੀ ਪੂਰੀ ਪਰੇਡ ਕੀਤੀ। ਕਹਿੰਦੇ ਉਹਦੇ ਸਿਰ 'ਚ ਜੁੱਤੀਆਂ ਮਾਰੀਆਂ ਗਈਆਂ ਭਰੇ ਬਾਜ਼ਾਰਾਂ 'ਚ ਚੰਦੂ ਤੋਂ ਭੀਖ ਮੰਗਾਈ ਗਈ। ਕਿਹਨੇ ਮਾਰਿਆ ਉਹਨੂੰ ਪਤਾ? ਉਹੀ ਬੰਦਾ ਜਿਹਨੇ ਗੁਰੂ ਅਰਜਨ ਦੇਵ ਜੀ ਦੇ ਉੱਪਰ ਤੱਤੀ ਰੇਤ ਪਾਈ ਸੀ ਖੁਰਚਣੇ ਨਾਲ। ਉਹਨੇ ਤੱਤੀ ਰੇਤ ਦਾ ਭਰਿਆ ਹੋਇਆ ਹੀ ਖੁਰਚਣਾ ਚੰਦੂ ਦੇ ਸਿਰ 'ਚ ਮਾਰ ਕੇ ਉਹਦਾ ਸਿਰ ਪਾੜਤਾ। ਪਹਿਲੇ 5 ਗੁਰੂ ਸਾਹਿਬਾਨਾਂ 'ਚੋਂ ਕਿਸੇ ਨੇ ਵੀ ਸ਼ਸਤਰ ਨਹੀਂ ਚੱਕਿਆ ਤੇ ਕੋਈ ਜੰਗ ਨਹੀਂ ਲੜੀ। ਫਿਰ ਗੁਰੂ ਹਰਗੋਬਿੰਦ ਸਾਹਿਬ ਇਹੋ ਜਿਹਾ ਕੀ ਹੋਇਆ ਕਿ ਉਹਨਾਂ ਨੇ 4 ਜੰਗਾਂ ਲੜੀਆਂ ਮੁਗਲਾਂ ਦੇ ਖਿਲਾਫ। ਤਖਤ ਤੇ ਬੈਠਣ ਲੱਗ ਗਏ ਗੁਰੂ ਸਾਹਿਬ, ਕਲਗੀ ਸਜਾਉਣ ਲੱਗ ਗਏ। 2 ਤਲਵਾਰਾਂ ਪਹਿਨੀਆਂ ਹੁੰਦੀਆਂ, ਉੱਚਾ ਲੰਮਾ ਕੱਦ, ਸੋਹਣੇ ਸੁਨੱਖੇ, ਭਾਰੀ ਸਰੀਰ। ਦੂਰੋਂ ਦੇਖ ਕੇ ਐਂ ਲੱਗਦਾ ਸੀ ਕੋਈ ਯੋਧਾ ਬੈਠਾ ਹੈ। ਜਦੋਂ ਉਹਨਾਂ ਨੇ ਯੁੱਧ ਲੜੇ ਨੇ, ਬੈਰੀ ਦੇ ਜਦੋਂ ਇੱਦਾਂ ਮਾਰਦੇ ਸੀ, ਵਾਰ ਕਰਦੇ ਸੀ ਕਿਰਪਾਨ ਦਾ, ਉੱਪਰੋਂ ਨੀਚੇ ਤੱਕ ਵੱਢ ਦਿੰਦੇ ਸੀ ਇੱਕੋ ਵਾਰ। ਗੁਰੂ ਅਰਜਨ ਦੇਵ ਜੀ ਨੂੰ ਸਿਰਫ ਧਰਮ ਪ੍ਰਚਾਰ ਕਰਨ ਦੇ ਬਦਲੇ ਜਹਾਂਗੀਰ ਨੇ ਤਸੀਹੇ ਦੇ ਸ਼ਹੀਦ ਕਰਵਾ ਦਿੱਤਾ। ਤਾਂ ਫਿਰ ਆਏ 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ। ਜਦੋਂ ਗੁਰਗੱਦੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਤਾਂ ਉਹਨਾਂ ਦੀ ਉਮਰ ਸਿਰਫ 11 ਸਾਲ ਸੀ ਉਦੋਂ। ਗੁਰਗੱਦੀ ਵਾਲੇ ਦਿਨ ਦੂਰੋਂ ਸੰਗਤਾਂ ਆਉਂਦੀਆਂ ਨੇ, ਉਹਨਾਂ ਵਾਸਤੇ ਤੋਹਫੇ ਲਿਆਏ ਜਾਂਦੇ ਨੇ। ਸਿੱਖ ਧਰਮ 'ਚ ਇੱਕ ਪਰੰਪਰਾ ਹੁੰਦੀ ਸੀ ਕਿ ਜਦੋਂ ਵੀ ਗੁਰਿਆਈ ਦਿੱਤੀ ਜਾਂਦੀ ਸੀ ਤਾਂ ਇੱਕ ਸੇਲੀ ਬੰਨੀ ਜਾਂਦੀ ਸੀ ਦਸਤਾਰ ਦੇ ਉੱਪਰ ਦੀ, ਜਿਹੜੇ ਪਹਿਲੇ 5 ਗੁਰੂ ਸਾਹਿਬਾਨਾਂ ਨੇ ਧਾਰਨ ਕੀਤੀ। ਸੇਲੀ ਬੰਨਣ ਲੱਗਦੇ ਨੇ ਤਾਂ ਬਾਬਾ ਬੁੱਢਾ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਨੇ ਕਿ ਬਾਬਾ ਜੀ, ਕਿ ਇਹ ਸੇਲੀ ਆ ਜਿਹੜੀ, ਇਹਨੂੰ ਤੋਸ਼ੇਖਾਨੇ 'ਚ ਰੱਖ ਦਿੱਤਾ ਜਾਵੇ, ਹੁਣ ਸਿੱਖਾਂ ਦਾ ਰੂਪ ਬਦਲੇਗਾ। ਉਹ ਕਹਿੰਦੇ ਮੇਰੀ ਸੇਲੀ ਮੇਰੀ ਕਮਰ ਤੇ ਟੰਗੀ ਕਿਰਪਾਨ ਹੋਏਗੀ। ਤਾਂ ਕਈ ਲੋਕਾਂ ਨੂੰ ਇਹ ਗੱਲ ਨਹੀਂ ਪਸੰਦ ਆਈ ਕਿ ਇਹ ਫੌਜ ਖੜੀ ਕਰ ਰਹੇ ਨੇ, ਇਹ ਮੁਗਲਾਂ ਖਿਲਾਫ ਲੜਨਗੇ, ਕਿ ਚੰਗਾ ਨਹੀਂ ਕਰ ਰਹੇ ਗੁਰੂ ਸਾਹਿਬ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਗੰਗਾ ਜੀ ਨੂੰ ਉਹਨਾਂ ਦੀਆਂ ਸ਼ਿਕਾਇਤਾਂ ਕੀਤੀਆਂ ਗਈਆਂ। ਗੁਰੂ ਸਾਹਿਬ ਨੇ ਸ਼ਿਕਾਰ ਖੇਡਣਾ ਸਟਾਰਟ ਕਰਤਾ ਜੀ। ਇਸ ਚੀਜ਼ 'ਤੇ ਵੀ ਇਤਰਾਜ਼ ਜਤਾਇਆ ਗਿਆ ਕਿ ਗੁਰੂ ਜੀ ਸ਼ਿਕਾਰ ਖੇਡਦੇ ਨੇ। ਗੁਰੂ ਸਾਹਿਬ ਨੇ ਉਦੋਂ ਗੱਲ ਕਹੀ ਸੀ ਇੱਕ ਮਾਤਾ ਗੰਗਾ ਜੀ ਨੂੰ, ਜਿਹੜੇ ਜ਼ਾਲਮ ਹੁਕਮਰਾਨ ਨੇ, ਇਹਨਾਂ ਦਾ ਹੰਕਾਰ ਆ ਜਿਹੜਾ ਨਾ, ਇਹ ਪਰਬਤ ਬਣਿਆ ਹੋਇਆ। ਕਹਿੰਦੇ ਪਰਬਤ ਨੂੰ ਮੈਂ ਗਰਦ 'ਚ ਮਿਲਾਊਂਗਾ। ਕਹਿੰਦੇ ਜਿਹੜੇ ਮਿੱਟੀ 'ਚ ਰੁਲਦੇ ਲੋਕ ਨੇ ਉਹਨਾਂ ਨੂੰ ਮੈਂ ਤਖਤਾਂ 'ਤੇ ਬਿਠਾਊਂਗਾ। ਸੋਚ ਦੇਖੋ ਤੁਸੀਂ। ਇੱਥੋਂ ਫਿਰ ਸਿੱਖ ਧਰਮ ਦਾ ਇੱਕ ਦੂਸਰਾ ਅਧਿਆਇ ਸ਼ੁਰੂ ਹੋ ਜਾਂਦਾ। ਜਿਹੜਾ ਮੁਗਲ ਰਾਜੇ ਹੁੰਦੇ ਸੀ, ਉਹਨਾਂ ਦੇ ਤਖਤ ਹੁੰਦੇ ਸੀ, ਉਹ ਨਾਰਮਲ ਲੋਕਾਂ ਤੋਂ ਉੱਚੀ ਜਗ੍ਹਾ ਤੇ ਬਹਿੰਦੇ ਸੀ। ਉਹ ਕਹਿੰਦੇ ਸੀ ਲੋਕ ਨੀਵੇਂ ਨੇ, ਅਸੀਂ ਉੱਚੇ ਹਾਂ। ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲ ਬੁੰਗੇ ਦੀ ਸਥਾਪਨਾ ਕਰਦੇ ਨੇ, ਜਿਹਨੂੰ ਹੁਣ ਸਿੱਖ ਅਕਾਲ ਤਖਤ ਕਹਿੰਦੇ ਨੇ। ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ, ਭਗਤੀ ਦੇ ਕੇਂਦਰ ਦੇ ਸਾਹਮਣੇ ਸ਼ਕਤੀ ਦਾ ਕੇਂਦਰ ਬਣਾਇਆ। ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੁਕਮਨਾਮੇ ਭੇਜਣੇ ਸਟਾਰਟ ਕੀਤੇ, ਮੈਨੂੰ ਮਾਇਆ ਭੇਂਟ ਨਾ ਕੀਤੀ ਜਾਵੇ, ਮੇਰੇ ਵਾਸਤੇ ਸ਼ਸਤਰ ਲੈ ਕੇ ਆਓ, ਘੋੜੇ ਲੈ ਕੇ ਆਓ ਵਧੀਆ ਨਸਲਾਂ ਦੇ, ਮੈਨੂੰ ਆਪਦੀ ਜਵਾਨੀ ਭੇਂਟ ਕਰੋ। ਮਾਝੇ ਤੇ ਮਾਲਵੇ 'ਚੋਂ ਸੰਗਤ ਆਉਣੀ ਸਟਾਰਟ ਹੋ ਗਈ। ਕਹਿੰਦੇ ਉਸ ਟਾਈਮ 'ਤੇ ਇਹੋ ਜਿਹੇ ਲੋਕ ਆਏ ਜਿਹੜੇ ਕਹਿੰਦੇ ਵੀ ਸਾਨੂੰ ਸਿਰਫ 2 ਟਾਈਮ ਦਾ ਖਾਣਾ ਦੇ ਦਿਓ ਤੇ 6 ਮਹੀਨਿਆਂ ਬਾਅਦ ਸਾਨੂੰ 1 ਜੋੜੀ ਕੋਈ ਕੱਪੜਾ ਦੇ ਦਿਓ, ਸਾਨੂੰ ਕੁਛ ਨਹੀਂ ਚਾਹੀਦਾ ਤੁਹਾਡੇ ਤੋਂ। ਗੁਰੂ ਸਾਹਿਬ ਨੇ ਤਕਰੀਬਨ 500 ਦੀ ਫੌਜ ਭਰਤੀ ਕਰ ਲਈ। ਤਖਤ ਤੇ ਬੈਠਣ ਲੱਗ ਗਏ ਗੁਰੂ ਸਾਹਿਬ, ਕਲਗੀ ਸਜਾਉਣ ਲੱਗ ਗਏ। 2 ਤਲਵਾਰਾਂ ਪਹਿਨੀਆਂ ਹੁੰਦੀਆਂ, ਉੱਚਾ ਲੰਮਾ ਕੱਦ, ਸੋਹਣੇ ਸੁਨੱਖੇ, ਭਾਰੀ ਸਰੀਰ। ਦੂਰੋਂ ਦੇਖ ਕੇ ਐਂ ਲੱਗਦਾ ਸੀ ਕੋਈ ਯੋਧਾ ਬੈਠਾ ਹੈ। ਜਦੋਂ ਉਹਨਾਂ ਨੇ ਯੁੱਧ ਲੜੇ ਨੇ, ਬੈਰੀ ਦੇ ਜਦੋਂ ਇੱਦਾਂ ਮਾਰਦੇ ਸੀ, ਵਾਰ ਕਰਦੇ ਸੀ ਕਿਰਪਾਨ ਦਾ, ਉੱਪਰੋਂ ਨੀਚੇ ਤੱਕ ਵੱਢ ਦਿੰਦੇ ਸੀ ਇੱਕੋ ਵਾਰ 'ਚ। ਗੁਰੂ ਸਾਹਿਬ ਨੇ ਉਦੋਂ ਢਾਡੀਆਂ ਨੂੰ ਬੁਲਾਇਆ ਕਿ ਤੁਸੀਂ ਵਾਰਾਂ ਗਾਓ, ਕਿ ਵੀਰ ਰਸ ਦੀਆਂ ਵਾਰਾਂ ਸੁਣ ਕੇ ਐਨਰਜੀ ਆਵੇ ਤੇ ਸੂਰਮੇ ਬਣ।
ਭਾਈ ਫੱਤਾ ਤੇ ਭਾਈ ਅਬਦੁੱਲਾ ਅਕਾਲ ਤਖਤ ਤੇ ਇਹ ਦੋ ਢਾਡੀ ਵਾਰਾਂ ਗਾਉਂਦੇ ਸੀ। ਦੋ ਤਲਵਾਰਾਂ ਬੱਧੀਆਂ, ਇੱਕ ਮੀਰ ਦੀ ਇੱਕ ਪੀਰ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਫਕੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਉਹਨਾਂ ਨੂੰ ਕਹਿੰਦੇ ਸੀ, ਕਹਿੰਦੇ ਤੁਹਾਡੀ ਪੱਗ ਦਾ ਕੀ ਮੁਕਾਬਲਾ ਕਰੂ ਜਹਾਂਗੀਰ। ਇਹ ਖਬਰਾਂ ਫਿਰ ਪਹੁੰਚਣ ਲੱਗ ਗਈਆਂ ਜਹਾਂਗੀਰ ਤੱਕ। ਫਿਰ ਜਹਾਂਗੀਰ ਨੇ ਧੋਖੇ ਨਾਲ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਕੈਦ ਕੀਤਾ। ਲਗਭਗ 2 ਸਾਲ ਉਹ ਉੱਥੇ ਰਹੇ। ਫਿਰ ਮੀਆਂ ਮੀਰ ਤੇ ਨੂਰ ਜਹਾਂ ਦੇ ਕਹਿਣ ਤੇ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਉਦੋਂ ਬਾਅਦ ਜਹਾਂਗੀਰ ਦਾ ਸਮਝੌਤਾ ਵੀ ਹੋਇਆ ਗੁਰੂ ਸਾਹਿਬ ਨਾਲ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਮਝੌਤਾ ਹੋ ਗਿਆ ਜਹਾਂਗੀਰ ਨਾਲ, ਫਿਰ ਜਹਾਂਗੀਰ ਨੇ ਚੰਦੂ ਨੂੰ ਗੁਰੂ ਸਾਹਿਬ ਦੇ ਹਵਾਲੇ ਕਰਤਾ। ਚੰਦੂ ਦੀ ਵਜ੍ਹਾ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਸੀ। ਗੁਰੂ ਦੇ ਸਿੰਘਾਂ ਨੇ ਉਹਦੀ ਪੂਰੀ ਪਰੇਡ ਕੀਤੀ। ਕਹਿੰਦੇ ਉਹਦੇ ਸਿਰ 'ਚ ਜੁੱਤੀਆਂ ਮਾਰੀਆਂ ਗਈਆਂ ਭਰੇ ਬਾਜ਼ਾਰ 'ਚ। ਬਾਜ਼ਾਰਾਂ 'ਚ ਚੰਦੂ ਤੋਂ ਭੀਖ ਮੰਗਾਈ ਗਈ। ਕਿਹਨੇ ਮਾਰਿਆ ਉਹਨੂੰ ਪਤਾ? ਉਹੀ ਬੰਦਾ ਜਿਹਨੇ ਗੁਰੂ ਅਰਜਨ ਦੇਵ ਜੀ ਦੇ ਉੱਪਰ ਤੱਤੀ ਰੇਤ ਪਾਈ ਸੀ ਖੁਰਚਣੇ ਨਾਲ। ਉਹਨੇ ਤੱਤੀ ਰੇਤ ਦਾ ਭਰਿਆ ਹੋਇਆ ਹੀ ਖੁਰਚਣਾ ਚੰਦੂ ਦੇ ਸਿਰ 'ਚ ਮਾਰ ਕੇ ਉਹਦਾ ਸਿਰ ਪਾੜਤਾ। ਐਵੇਂ ਮਰਿਆ ਸੀ ਚੰਦੂ। ਜਹਾਂਗੀਰ ਦੀ ਹੋ ਗਈ ਫਿਰ ਮੌਤ। ਫਿਰ ਉਹਦਾ ਪੁੱਤ ਬੈਠਾ ਸ਼ਾਹਜਹਾਨ। ਸ਼ਾਹਜਹਾਨ ਵੀ ਹੁਣ ਕੱਟੜਵਾਦੀ ਸੀਗਾ। ਟਾਈਮ ਲੰਘਿਆ। ਫਿਰ ਇਹ ਹੁਣ ਗੱਲ ਹੈਗੀ ਆ 1629-30 ਦੇ ਨੇੜੇ ਦੀ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੁਣ ਸੈਨਾ ਵੀ ਵੱਧ ਗਈ ਸੀ। ਹੁਣ ਸਿੱਖ ਸੀਗੇ ਜਿਹੜੇ ਉਹ ਸ਼ਸਤਰਾਂ 'ਚ ਨਿਪੁੰਨ ਹੋ ਗਏ ਸੀਗੇ। ਵਿਧੀ ਚੰਦ ਵਰਗੇ ਤੇ ਪੈਂਦੇ ਖਾਂ ਵਰਗੇ ਸੂਰਮੇ ਗੁਰੂ ਸਾਹਿਬ ਦੀ ਫੌਜ 'ਚ ਸੀਗੇ। ਪਰ ਹਜੇ ਤੱਕ ਕੋਈ ਜੰਗ ਨਹੀਂ ਸੀ ਲੜੀ ਗੁਰੂ ਸਾਹਿਬ ਨੇ। ਇੱਕ ਦਿਨ ਗੁਰੂ ਸਾਹਿਬ ਦੇ ਸਿੱਖ ਸ਼ਿਕਾਰ ਕਰਨ ਗਏ ਅੰਮ੍ਰਿਤਸਰ ਦੇ ਨੇੜੇ ਹੀ ਜੰਗਲਾਂ 'ਚ। ਉਧਰੋਂ ਸ਼ਾਹਜਹਾਨ ਆਇਆ ਹੋਇਆ ਸ਼ਿਕਾਰ ਕਰਨ। ਉਦੋਂ ਬਾਜ ਰੱਖੇ ਹੁੰਦੇ ਸੀ। ਗੁਰੂ ਸਾਹਿਬ ਵੀ ਬਾਜ ਰੱਖਦੇ ਸੀ, ਉਧਰੋਂ ਸ਼ਾਹਜਹਾਨ ਵੀ ਬਾਜ ਰੱਖਦਾ ਸੀਗਾ। ਮੁਗਲਾਂ ਦਾ ਬਾਜ ਉੱਡ ਰਿਹਾ, ਕਿਸੇ ਪੰਛੀ ਦੇ ਪਿੱਛੇ ਭੱਜ ਰਿਹਾ ਏ। ਸਿੱਖਾਂ ਨੇ ਸ਼ਿਕਾਰ ਕਰਨ ਵਾਸਤੇ ਆਪਦਾ ਬਾਜ ਉਡਾਤਾ। ਤੇ ਸਿੱਖਾਂ ਦੇ ਬਾਜ ਨੇ ਕੀ ਕੀਤਾ, ਮੁਗਲਾਂ ਦਾ ਬਾਜ ਫੜ ਲਿਆ। ਫੜ ਕੇ ਸਿੱਖਾਂ ਕੋਲ ਲਿਆ ਆਇਆ। ਹੁਣ ਜਦੋਂ ਬਾਜ ਫੜ ਹੀ ਲਿਆ, ਸ਼ਿਕਾਰ ਹੀ ਕਰ ਲਿਆ, ਤਾਂ ਸਿੱਖਾਂ ਨੇ ਆਪਦੇ ਕੋਲ ਹੀ ਰੱਖਣਾ। ਇਹਨਾਂ ਨੇ ਰੱਖ ਲਿਆ ਮੁਗਲਾਂ ਦਾ ਬਾਜ, ਆਪਦੇ ਕੋਲ ਰੱਖ ਲਿਆ। ਮੁਗਲਾਂ ਦੇ ਸਿਪਾਹੀ ਆਏ, ਸਿੱਖਾਂ ਤੇ ਮਾਰਿਆ ਰੋਹਬ, ਕਹਿੰਦੇ ਦੋ ਸਾਡਾ ਬਾਜ। ਹੁਣ ਇਹ ਕਹਿੰਦੇ ਵੀ ਬਾਜ ਸ਼ਿਕਾਰ ਸਾਡੇ ਬਾਜ ਨੇ ਕੀਤਾ ਸੀ, ਕਿਉਂ ਦਈਏ ਤੁਹਾਨੂੰ ਬਾਜ? ਉਹ ਕਹਿੰਦੇ ਤੁਹਾਨੂੰ ਡਰ ਨਹੀਂ ਲੱਗਦਾ? ਬਾਦਸ਼ਾਹ ਦਾ ਬਾਜ ਆ ਇਹ। ਇੱਧਰੋਂ ਸਿੱਖ ਵੀ ਫਿਰ ਉਵੇਂ ਦੇ ਹੋ ਗਏ ਨੇ, ਯੋਧੇ ਨੇ, ਸੂਰਬੀਰ ਨੇ, ਥੋੜੀ ਨਾ ਪਹਿਲਾਂ ਵਾਲੇ ਰਹੇ ਨੇ। ਇਹ ਕਹਿੰਦੇ ਤੁਸੀਂ ਬਾਜ ਭਾਲਦੇ ਹੋ, ਥੋੜਾ ਦਾ ਤਾਜ ਵੀ ਲਵਾਂਗੇ ਹੁਣ ਅਸੀਂ। ਕਹਿੰਦੇ ਕੁੱਟ ਕੇ ਭਜਾ ਤੇ ਮੁਗਲ। ਗੱਲ ਪਹੁੰਚ ਗਈ ਸ਼ਾਹਜਹਾਨ ਕੋਲ। 2-4 ਗੱਲਾਂ ਹੋਰ ਐਡ ਕਰਕੇ ਲਾਤੀਆਂ ਸ਼ਾਹਜਹਾਨ ਕੋਲ। ਸ਼ਾਹਜਹਾਨ ਭੜਕ ਗਿਆ, ਕਹਿੰਦਾ ਮੇਰਾ ਬਾਜ ਫੜਿਆ ਇਹਨਾਂ ਨੇ। ਫਿਰ ਕਹਿੰਦੇ ਭਰੇ ਦਰਬਾਰ 'ਚ ਸ਼ਾਹਜਹਾਨ ਨੇ ਕੀ ਕੀਤਾ, ਇੱਕ ਪਾਨ ਦਾ ਬੀੜਾ ਰੱਖਿਆ, ਇੱਕ ਨੰਗੀ ਤਲਵਾਰ ਰੱਖੀ। ਯੋਧੇ ਵੱਡੇ ਵੱਡੇ ਜਰਨੈਲ ਦਰਬਾਰ 'ਚ ਬੈਠੇ ਨੇ। ਸ਼ਾਹਜਹਾਨ ਕਹਿੰਦਾ ਉੱਠੋ, ਕਹਿੰਦਾ ਕੋਈ ਮਾਈ ਦਾ ਲਾਲ, ਪਾਨ ਦਾ ਬੀੜਾ ਤੇ ਤਲਵਾਰ ਚੱਕੋ ਤੇ ਸਹੁੰ ਖਾਓ ਵੀ ਗੁਰੂ ਹਰਗੋਬਿੰਦ ਨੂੰ ਹਰਾ ਕੇ ਇੱਥੇ ਬੰਨ੍ਹ ਕੇ ਲੈ ਕੇ ਆਓਗੇ। ਕਹਿੰਦੇ ਫਿਰ ਇੱਕ 26 ਸਾਲ ਦਾ ਨੌਜਵਾਨ ਉੱਠਿਆ, ਨਾਮ ਹੈ ਉਹਦਾ ਮੁਖਲਿਸ ਖਾਨ। ਉੱਠਿਆ, ਪਾਨ ਦਾ ਬੀੜਾ ਚਬਾਇਆ ਤੇ ਤਲਵਾਰ ਨੰਗੀ ਹੱਥ 'ਚ ਫੜ ਲਈ। ਕਹਿੰਦਾ ਇਹ ਤਾਂ ਗੱਲ ਹੀ ਕੋਈ ਨਹੀਂ। ਕਹਿੰਦਾ ਉਹ ਲੰਗਰ ਛਕਾਉਣ ਵਾਲੇ, ਕਹਿੰਦਾ ਜੇ ਉਹਨਾਂ ਨੇ ਤਲਵਾਰਾਂ ਚੱਕ ਲੀਆਂ ਤਾਂ ਕਹਿੰਦਾ ਸਾਡਾ ਯੋਧਿਆਂ ਦਾ ਮੁਕਾਬਲਾ ਥੋੜੀ ਨਾ ਕਰ ਲੈਣਗੇ ਉਹ। ਕਹਿੰਦਾ ਬੰਨ੍ਹ ਕੇ ਲੈ ਕੇ ਆਊਂ ਗੁਰੂ ਹਰਗੋਬਿੰਦ ਨੂੰ ਤੁਹਾਡੇ ਸਾਹਮਣੇ ਇੱਥੇ। ਕਹਿੰਦਾ ਜੇ ਜਿਉਂਦਾ ਨਾ ਫੜ ਕੇ ਲਿਆਇਆ ਤਾਂ ਸਿਰ ਲੈ ਕੇ ਆਊਂ। ਐਡਾ ਹੰਕਾਰ ਦੇਖੋ। 7000 ਦੀ ਉਹਨੂੰ ਫੌਜ ਦੇਤੀ ਸ਼ਾਹਜਹਾਂ ਨੇ। ਜਾ ਕਹਿੰਦਾ ਕਰਦੇ ਹਮਲਾ। 7000 ਦੀ ਫੌਜ ਲੈ ਕੇ ਮੁਖਲਿਸ ਖਾਨ ਆ ਗਿਆ ਪੰਜਾਬ ਵੱਲ ਨੂੰ। ਅੰਮ੍ਰਿਤਸਰ ਰਹਿੰਦੇ ਹੁੰਦੇ ਸੀ ਗੁਰੂ ਹਰਗੋਬਿੰਦ ਸਾਹਿਬ ਜੀ, ਜਿੱਥੇ ਹੁਣ ਖਾਲਸਾ ਕਾਲਜ ਆ ਨਾ, ਉੱਥੇ ਫੌਜ ਰੁਕੀ ਸੀ ਮੁਖਲਿਸ ਖਾਨ ਦੀ। ਇਹਨੇ ਆਪਦੇ ਕੁਛ ਜਾਸੂਸ ਭੇਜੇ ਮੁਖਲਿਸ ਖਾਨ ਨੇ। ਕਹਿੰਦਾ ਜਾਓ ਦੇਖ ਕੇ ਆਓ ਕਿੰਨੀ ਕੁ ਫੌਜ ਆ ਉਹਨਾਂ ਕੋਲ, ਕੀ ਮਾਹੌਲ ਆ, ਕਿਹੜੇ ਸ਼ਸਤਰ ਨੇ ਉਹਨਾਂ ਕੋਲ। CID ਵਾਲੇ ਜਾਸੂਸ ਮੁਗਲਾਂ ਦੇ ਗਏ, ਵਾਪਸ ਆਏ। ਵਾਪਸ ਆ ਕੇ ਕਹਿੰਦੇ ਥੋੜੀ ਦਾ ਕਿਸਮਤ ਬਹੁਤ ਚੰਗੀ ਆ, ਤੁਹਾਨੂੰ ਤਾਂ ਕਹਿੰਦੇ ਮਿਹਨਤ ਹੀ ਨਹੀਂ ਕਰਨੀ ਪੈਣੀ। ਕਹਿੰਦੇ ਉਹਨਾਂ ਦੇ ਘਰੇ ਤਾਂ ਚੱਲ ਰਿਹਾ ਵਿਆਹ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੇਟੀ ਦੇ ਵਿਆਹ ਦੀ ਤਿਆਰੀ ਚੱਲ ਰਹੀ ਸੀ ਉਦੋਂ। ਬੀਬੀ ਵੀਰੋ ਕਹਿੰਦੇ ਵੀ ਉਦੋਂ ਸਾਰੇ ਵਿਆਹ 'ਚ ਰੁੱਝੇ ਹੋਏ ਨੇ, ਆਪਾਂ ਜਾਵਾਂਗੇ, ਆਪਾਂ ਹਮਲਾ ਕਰਾਂਗੇ, ਮਾਰ ਕੇ ਜਾਂ ਫੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਲੈ ਜਾਵਾਂਗੇ। ਮੁਗਲਾਂ ਦੀ 7000 ਦੀ ਫੌਜ ਔਰ ਸਿੱਖ 700। ਪਹਿਲੇ ਦਿਨ ਭਾਰੀ ਰਹੇ ਮੁਗਲ। ਘਰ 'ਤੇ ਵੀ ਕਬਜ਼ਾ ਕਰ ਲਿਆ ਉਹਨਾਂ ਨੇ। ਗੁਰੂ ਸਾਹਿਬ ਦੇ ਘਰ ਉਦੋਂ ਜਿਹੜੀ ਮਠਿਆਈ ਪਈ ਸੀ ਉਹ ਵੀ ਕਹਿੰਦੇ ਉਹਨਾਂ ਨੇ ਦੱਬ ਕੇ ਖਾਧੀ। ਹੋਰ ਚੀਜ਼ਾਂ ਦੀ ਵੀ ਲੁੱਟ ਖੋਹ ਕੀਤੀ ਉਹਨਾਂ ਨੇ। ਅਗਲੇ ਦਿਨ ਫਿਰ ਬੜਾ ਟੁੱਕੀ ਕੀਤੀ ਉਹਨਾਂ ਦੀ, ਮੁਗਲਾਂ ਦੀ। ਫਿਰ ਮੁਖਲਿਸ ਖਾਨ ਕਹਿੰਦਾ ਮੈਂ ਆਪ ਜਾਊਂਗਾ। ਬਹੁਤ ਹੰਕਾਰ ਸੀ ਉਹਨੂੰ, ਆਪਦੀ ਤਲਵਾਰ ਤੇ ਬਹੁਤ ਹੰਕਾਰ ਸੀਗਾ। ਜਦੋਂ ਗਿਆ ਭਾਈ ਵਿਧੀ ਚੰਦ ਅੱਗੇ ਆ ਗਿਆ, ਕਹਿੰਦਾ ਜਾ ਆਪਦੇ ਗੁਰੂ ਨੂੰ ਕਹਿ ਮੇਰੇ ਨਾਲ ਸਿੱਧਾ ਮੁਕਾਬਲਾ ਕਰੇ। ਗੁਰੂ ਸਾਹਿਬ ਨੂੰ ਜਦੋਂ ਪਤਾ ਲੱਗਿਆ ਤਾਂ ਗੁਰੂ ਸਾਹਿਬ ਆ ਗਏ ਅੱਗੇ। ਜਦੋਂ ਗੁਰੂ ਸਾਹਿਬ ਦੇ ਸਾਹਮਣੇ ਆਇਆ ਮੁਖਲਿਸ ਖਾਨ, ਆਮੋ ਸਾਹਮਣੇ ਹੋਏ, ਕਹਿੰਦਾ ਸਰੈਂਡਰ ਕਰ ਦਿਓ, ਤੁਹਾਡੀ ਸਜ਼ਾ ਵੀ ਘੱਟ ਕਰਾ ਦੂੰਗਾ ਤੇ ਜੋ ਤੁਸੀਂ ਕਹੋਗੇ ਤੁਹਾਨੂੰ ਉਹ ਦਬਾ ਦੂੰਗਾ। ਗੁਰੂ ਸਾਹਿਬ ਕਹਿੰਦੇ ਮੈਂ ਜੇ ਨਾ ਸਰੈਂਡਰ ਕੀਤਾ, ਨਾ ਹਵਾਲੇ ਕੀਤਾ ਆਪਦੇ ਆਪ ਨੂੰ ਤੇਰੇ, ਫੇਰ ਕਹਿੰਦਾ ਫਿਰ ਮੇਰੀ ਤਲਵਾਰ ਦੀ ਤਾਕਤ ਨਹੀਂ ਜਾਣਦੇ ਤੁਸੀਂ। ਕਹਿੰਦਾ ਫਿਰ ਮੈਂ ਫੜ ਕੇ ਲੈ ਕੇ ਜਾਊਂ। ਕਹਿੰਦਾ ਫਿਰ ਜੇ ਨਾ ਫੜ ਸਕਿਆ ਤਾਂ ਤੁਹਾਡਾ ਸਿਰ ਧੜ ਤੋਂ ਅੱਡ ਕਰਕੇ ਫਿਰ ਬਾਦਸ਼ਾਹ ਦੇ ਚਰਨਾਂ 'ਚ ਰੱਖੂੰਗਾ। ਗੁਰੂ ਸਾਹਿਬ ਕਹਿੰਦੇ ਫਿਰ ਚੱਲ ਕਰ ਵਾਰ। ਕਹਿੰਦੇ ਤੂੰ ਆਇਆ ਸਾਡੇ ਤੇ ਚੜ ਕੇ, ਅਸੀਂ ਨਹੀਂ ਵਾਰ ਕਰਾਂਗੇ, ਪਹਿਲਾਂ ਤੂੰ ਕਰ। ਇੱਕ ਨਹੀਂ ਕਹਿੰਦੇ, 2 ਨਹੀਂ 3 ਵਾਰ ਕਰ। ਕੀਤਾ ਜਦੋਂ ਕਹਿੰਦੇ ਉਹਨੇ ਵਾਰ, ਗੁਰੂ ਸਾਹਿਬ ਨੇ ਪਹਿਲਾ ਵਾਰ ਤੋਂ ਬਚ ਗਏ। ਦੂਜਾ ਵਾਰ ਕੀਤਾ ਜਦੋਂ ਫਿਰ ਢਾਲ ਨਾਲ ਰੋਕਿਆ ਗੁਰੂ ਸਾਹਿਬ ਨੇ।
ਤੀਜਾ ਵਾਰ ਵੀ ਰੋਕਿਆ, ਕਹਿੰਦੇ ਹੁਣ ਤੇਰੇ 3 ਵਾਰ ਹੋ ਗਏ ਪੂਰੇ, ਹੁਣ ਕਹਿੰਦੇ ਮੇਰੀ ਵਾਰੀ। ਗੁਰੂ ਸਾਹਿਬ ਨੇ ਫਿਰ ਕੀ ਕੀਤਾ ਨਾ, ਗੁਰੂ ਸਾਹਿਬ ਨੇ ਜਦੋਂ ਇੱਕੋ ਵਾਰ ਕੀਤਾ, ਫਿਰ ਇੱਕ ਵਾਰ ਹੀ ਉਹਨੇ ਢਾਲ ਨਾਲ ਰੋਕਣ ਦੀ ਕੋਸ਼ਿਸ਼ ਕੀਤੀ, ਉਹਦੀ ਢਾਲ ਨੂੰ ਚੀਰਦਾ ਹੋਇਆ ਵਾਰ ਨਾ ਇਦਾਂ ਕਹਿੰਦੇ ਚੀਰਾ ਪਾਤਾ, ਜਮਾ ਅੱਡ ਕਰਤਾ ਉਹਨੂੰ, 2 ਟੋਟੇ ਹੋ ਗਏ, ਡਿੱਗ ਪਿਆ ਜ਼ਮੀਨ ਤੇ। ਮੁਗਲਾਂ ਦੀ ਫੌਜ ਤਿੱਤਰ ਬਿੱਤਰ ਹੋ ਗਈ ਉੱਥੋਂ। ਇਦਾਂ ਹੋਈ ਸੀ ਸਿੱਖਾਂ ਦੀ ਪਹਿਲੀ ਜੰਗ। ਭਾਈ ਗੁਰਦਾਸ ਜੀ ਲਿਖਦੇ ਨੇ, ਦਲ ਭੰਜਨ ਗੁਰ ਸੂਰਮਾ, ਵੱਡ ਯੋਧਾ ਬਹੁ ਪਰ ਉਪਕਾਰੀ। ਵੱਡ ਯੋਧਾ ਕਹਿੰਦੇ ਬਹੁਤ ਵੱਡਾ, ਬਹੁਤ ਸ਼ਕਤੀਸ਼ਾਲੀ ਯੋਧਾ, ਤੇ ਕਹਿੰਦੇ ਪਰਉਪਕਾਰੀ ਵੀ ਸੀ। ਪਰਉਪਕਾਰੀ ਮੰਨ ਕੇ ਚੱਲੋ ਨਾ ਉਹਨੂੰ, ਕਹਿੰਦੇ ਤੂੰ ਕਰ ਵਾਰ, ਮੌਕਾ ਦਿੱਤਾ ਵੀ ਤੂੰ ਕਰ ਵਾਰ, ਤੂੰ ਅਜਮਾਲਾ ਆਪਦੀ ਤਾਕਤ, ਜਿਹੜਾ ਆਪਦਾ ਹੰਕਾਰ ਲੈ ਕੇ ਆਇਆ, ਕਿਤੇ ਐ ਨਾ ਸਮਝੀ ਵੀ ਤੈਨੂੰ ਵਾਰ ਕਰਨ ਦਾ ਮੌਕਾ ਹੀ ਨਾ ਦਈਏ। ਇਹ ਸੀਗੇ ਗੁਰੂ ਹਰਗੋਬਿੰਦ ਸਾਹਿਬ ਜੀ। ਔਰ ਪਹਿਲੀ ਜੰਗ 'ਚ ਪਹਿਲੇ ਸ਼ਹੀਦ ਹੋਏ ਨੇ ਭਾਈ ਭਾਨੂ ਜੀ। 13 ਸਿੱਖ ਸ਼ਹੀਦ ਹੋਏ ਪਹਿਲੀ ਜੰਗ 'ਚ। 13 ਸਿੱਖਾਂ ਦਾ ਸੰਸਕਾਰ ਗੁਰੂ ਸਾਹਿਬ ਨੇ ਆਪਦੇ ਹੱਥੀਂ ਕੀਤਾ। ਉਦੋਂ ਬਾਅਦ ਗੁਰੂ ਸਾਹਿਬ ਲਈ ਕੋਈ ਘੋੜੇ ਲੈ ਕੇ ਆ ਰਿਹਾ ਸੀ ਇੱਕ ਵਾਰ ਕਾਬਲ ਤੋਂ, ਬਹੁਤ ਸੋਹਣੀ ਨਸਲ ਦੇ ਘੋੜੇ। ਗੁਰੂ ਸਾਹਿਬ ਬਹੁਤ ਸ਼ੌਕੀਨ ਸੀਗੇ ਘੋੜਿਆਂ ਦੇ। ਰਾਹ 'ਚ ਮੁਗਲਾਂ ਦੇ ਸੈਨਿਕਾਂ ਨੇ ਰੋਕ ਲਿਆ, ਕਹਿੰਦੇ ਇੰਨੇ ਸੋਹਣੇ ਘੋੜੇ ਕਿਹਦੇ ਵਾਸਤੇ ਲੈ ਕੇ ਜਾ ਰਹੇ ਹੋ? ਕਹਿੰਦੇ ਇਹ ਤਾਂ ਸਾਡੇ ਬਾਦਸ਼ਾਹ ਕੋਲ ਹੋਣੇ ਚਾਹੀਦੇ ਨੇ, ਤੁਸੀਂ ਘੋੜੇ ਨਾ ਲਓ, ਅਸੀਂ ਤੁਹਾਨੂੰ ਕੋਈ ਹੋਰ ਲਿਆ ਦਾਂਗੇ, ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘੋੜੇ ਨੇ। ਉਹ ਕਹਿੰਦੇ ਨਹੀਂ ਨਹੀਂ, ਇਹ ਘੋੜੇ ਤਾਂ ਬਾਦਸ਼ਾਹ ਕੋਲ ਹੀ ਜਾਣਗੇ। ਉੱਥੋਂ ਘੋੜੇ ਲੈ ਗਏ, 2 ਘੋੜੇ ਦੋਨੋਂ ਲੈ ਗਏ। ਫਿਰ ਬਾਬਾ ਬਿਧੀ ਚੰਦ ਜੀ ਗਏ ਆਪਦਾ ਰੂਪ ਬਦਲ ਕੇ, ਘਾਈ ਬਣ ਕੇ। ਘਾਈ ਹੁੰਦੇ ਨੇ ਜਿਹੜੇ ਘੋੜਿਆਂ ਨੂੰ ਘਾਹ ਖਵਾਉਂਦੇ ਹੁੰਦੇ ਨੇ ਨਾ, ਘਾਈ ਬਣ ਕੇ ਗਏ। ਕਿਲੇ 'ਚ ਉਹਨਾਂ ਨੇ ਦੇਖ ਲਏ ਘੋੜੇ ਦੋਨੋਂ। ਰਾਤ ਨੂੰ ਜਦੋਂ ਸੈਨਿਕ ਸੁੱਤੇ ਪਏ ਸੀ, ਇੱਕ ਘੋੜਾ ਖੋਲਿਆ। ਸੋਚੋ ਇੰਨਾ ਵੱਡਾ ਕਿਲਾ, ਉੱਚੀਆਂ ਉੱਚੀਆਂ ਦੀਵਾਰਾਂ ਕਿਲੇ ਦੀਆਂ, ਕਿਵੇਂ ਘੋੜਾ ਕੱਢ ਕੇ ਲਿਆਉਣਾ ਉੱਥੋਂ? ਘੋੜਾ ਕਹਿੰਦੇ ਫਿਰ ਪੌੜੀਆਂ ਰਾਹੀਂ ਕਿਲੇ ਦੇ ਜਮਾਂ ਟੌਪ ਤੇ ਲੈ ਗਏ। ਉੱਥੋਂ ਘੋੜੇ ਦੀ ਛਲਾਂਗ ਲਗਾਈ, ਸਿੱਧਾ ਦਰਿਆ 'ਚ ਇੱਕ ਘੋੜਾ ਲਿਆਏ, ਲਿਆ ਕੇ ਗੁਰੂ ਸਾਹਿਬ ਨੂੰ ਭੇਂਟ ਕਰਤਾ। ਮੁਗਲਾਂ ਦੇ ਗੜ੍ਹ 'ਚੋਂ ਕੱਢ ਕੇ ਘੋੜਾ ਲਿਆਏ। ਇਹ ਹਿੰਮਤ ਗੁਰੂ ਸਾਹਿਬ ਨੇ ਭਰੀ ਸਿੱਖਾਂ 'ਚ, ਜਿਹੜੀ ਕਿ ਅੱਜ ਵੀ ਬਰਕਰਾਰ ਆ। ਐ ਨਹੀਂ ਹੈਗਾ ਵੀ ਇੱਕ ਘੋੜਾ ਲਿਆਏ, ਦੂਜੀ ਵਾਰ ਫੇਰ ਭੇਸ ਬਦਲ ਕੇ ਗਏ, ਫਿਰ ਕੋਈ ਸਾਧ ਫਕੀਰ ਬਣ ਕੇ ਗਏ, ਦੂਜਾ ਘੋੜਾ ਫੇਰ ਲਿਆਏ ਉੱਥੋਂ। ਹੁਣ ਮੁਗਲਾਂ ਦੇ ਹੱਥਾਂ 'ਚੋਂ ਘੋੜੇ ਖੋਹ ਕੇ ਲੈ ਗਏ। ਫੇਰ ਬਾਦਸ਼ਾਹ ਫੇਰ ਤਿਲਮਿਲਾ ਗਿਆ ਵੀ ਯਾਰ ਇਹਨਾਂ ਦੇ ਤਾਂ ਹੌਸਲੇ ਵੱਧ ਹੀ ਜਾਂਦੇ ਨੇ। ਇੱਕ ਜਰਨੈਲ ਸੀਗਾ ਲੱਲਾ ਬੇਗ, ਉਹਨੂੰ ਭੇਜਿਆ ਬਾਦਸ਼ਾਹ ਨੇ, ਫਿਰ ਮੁਗਲ ਬਾਦਸ਼ਾਹ ਨੇ ਵੀ ਜਾ ਹਮਲਾ ਕਰ, 50,000 ਦੀ ਫੌਜ ਦੇ ਕੇ ਭੇਜਿਆ। ਉਹਨੂੰ ਵੀ ਫਿਰ ਗੁਰੂ ਸਾਹਿਬ ਤੋਂ ਮਾਤ ਖਾਣੀ ਪਈ। ਗੁਰੂ ਸਾਹਿਬ ਨੇ ਆਪਦੀ ਜ਼ਿੰਦਗੀ 'ਚ 4 ਜੰਗਾਂ ਲੜੀਆਂ ਨੇ। ਮਹਿਰਾਜ ਦੀ ਜੰਗ ਚੌਥੀ ਜੰਗ ਸੀਗੀ ਗੁਰੂ ਸਾਹਿਬ ਦੀ। ਪੈਂਦੇ ਖਾਨ ਜਿਹੜਾ ਗੁਰੂ ਸਾਹਿਬ ਦੀ ਫੌਜ ਦਾ ਬਹੁਤ ਵੱਡਾ ਯੋਧਾ ਸੀਗਾ, ਉਹਦੇ 'ਚੋਂ ਬਾਗੀ ਹੋ ਗਿਆ ਸੀਗਾ। ਗੁਰੂ ਸਾਹਿਬ ਦਾ ਆਮਣਾ ਸਾਹਮਣਾ ਹੋਇਆ। ਗੁਰੂ ਸਾਹਿਬ ਨੇ ਬੜਾ ਸਮਝਾਇਆ ਸੀ ਪਹਿਲਾਂ ਉਹਨੂੰ, ਪੈਂਦੇ ਖਾਨ ਨੂੰ, ਨਹੀਂ ਮੰਨਿਆ। ਪੈਂਦੇ ਖਾਨ ਹੰਕਾਰ ਗਿਆ, ਫਿਰ ਉੱਥੇ ਪੈਂਦੇ ਖਾਨ ਦਾ ਹੰਕਾਰ ਵੀ ਤੋੜਿਆ ਗੁਰੂ ਸਾਹਿਬ ਨੇ। ਜਿਹੜੀ ਚੌਥੀ ਜੰਗ ਸੀਗੀ ਮਹਿਰਾਜ ਦੀ ਜੰਗ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਤੇ 9ਵੇਂ ਗੁਰੂ ਤੇਗ ਬਹਾਦਰ ਜੀ ਉਹ ਜੰਗ 'ਚ ਹਿੱਸਾ ਲਿਆ ਸੀਗਾ। ਗੁਰੂ ਤੇਗ ਬਹਾਦਰ ਜੀ ਸਿਰਫ 13 ਸਾਲ ਦੇ ਸੀ ਉਦੋਂ। ਉਹਨਾਂ ਦਾ ਨਾਮ ਤੇਗ ਮੱਲ ਹੁੰਦਾ ਸੀ, ਗੁਰੂ ਤੇਗ ਬਹਾਦਰ ਜੀ ਦਾ। ਉਹ ਜੰਗ 'ਚ ਕਹਿੰਦੇ ਉਹਨਾਂ ਨੇ ਐਸੀ ਕਿਰਪਾਨ ਚਲਾਈ, ਸਾਰੇ ਲੋਕ ਹੱਕੇ ਬੱਕੇ ਰਹਿ ਗਏ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਉਹਨਾਂ ਦਾ ਨਾਮ ਤੇਗ ਮੱਲ ਤੋਂ ਤੇਗ ਬਹਾਦਰ ਕਰਤਾ। ਤੇਗ ਬਹਾਦਰ ਕਹਿੰਦੇ ਤੇਗ ਦਾ ਧਨੀ, ਤਲਵਾਰ ਦਾ ਧਨੀ। ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਰਹਿੰਦੇ ਸੀ, ਅਕਾਲ ਤਖਤ ਦੀ ਉਹਨਾਂ ਨੇ ਰਚਨਾ ਕੀਤੀ। ਫਿਰ ਕੀ ਇਹੋ ਜਿਹਾ ਕਾਰਨ ਬਣਿਆ ਵੀ ਉਹ ਅੰਮ੍ਰਿਤਸਰ ਛੱਡ ਕੇ ਚਲੇ ਗਏ? ਉਦੋਂ ਬਾਅਦ ਫਿਰ ਦਰਬਾਰ ਸਾਹਿਬ ਕਿਹਦੇ ਹੱਥਾਂ 'ਚ ਆਇਆ? ਪ੍ਰਿਥੀ ਚੰਦ ਦਾ ਮੁੰਡਾ ਮਿਹਰਬਾਨ ਫਿਰ ਉੱਥੇ ਕਾਬਜ ਹੋ ਗਿਆ। ਮਿਹਰਬਾਨ ਤੋਂ ਬਾਅਦ ਫਿਰ ਉਹਦਾ ਮੁੰਡਾ ਰਿਹਾ। ਫਿਰ ਗੁਰੂ ਤੇਗ ਬਹਾਦਰ ਜੀ ਜਦੋਂ ਗਏ ਸੀ ਦਰਬਾਰ ਸਾਹਿਬ, ਕਹਿੰਦੇ ਇੱਕ ਟਾਈਮ ਤੇ ਉਹਨਾਂ ਨੂੰ ਅੰਦਰ ਹੀ ਨਹੀਂ ਵੜਨ ਦਿੱਤਾ ਸੀ ਦਰਬਾਰ ਸਾਹਿਬ 'ਚ। ਡਰ ਗਏ ਸੀ ਵੀ ਕਿਤੇ ਇਹ ਆ ਕੇ ਨਾ ਕਬਜ਼ਾ ਕਰ ਲੇ। ਇਹ ਸਾਰਾ ਤੁਹਾਨੂੰ ਅਗਲੀ ਵੀਡੀਓ 'ਚ ਦੱਸਾਂਗੇ। ਦਰਬਾਰ ਸਾਹਿਬ ਤੇ ਕਦੋਂ ਹਮਲੇ ਹੋਏ, ਕਿੰਨੇ ਹਮਲੇ ਹੋਏ। ਅਫਗਾਨੀਆਂ ਨੇ ਬਹੁਤ ਹਮਲੇ ਕੀਤੇ। ਇੱਕ ਹਮਲਾ ਇਹੋ ਜਿਹਾ ਵੀ ਹੋਇਆ ਸੀ ਵੀ ਸਾਰੇ ਸਰੋਵਰ ਨੂੰ ਕੂੜੇ ਨਾਲ ਭਰ ਦਿੱਤਾ ਗਿਆ ਸੀ। ਇੱਕ ਹਮਲਾ ਇਹੋ ਜਿਹਾ ਵੀ ਹੋਇਆ ਸੀ, ਦਰਬਾਰ ਸਾਹਿਬ ਦੀ ਸਾਰੀ ਬਿਲਡਿੰਗ ਨੂੰ ਬਰੂਦ ਨਾਲ ਉਡਾ ਦਿੱਤਾ ਗਿਆ ਸੀ। ਇੱਕ ਟਾਈਮ ਇਹੋ ਜਿਹਾ ਵੀ ਸੀਗਾ ਵੀ ਦਰਬਾਰ ਸਾਹਿਬ 'ਚ ਮੱਸੇ ਰੰਗੜ ਵਰਗੇ ਮੁਗਲਾਂ ਨੇ ਨਿਰਤਕਾਂ ਨੂੰ ਨਚਾਇਆ। ਦਰਬਾਰ ਸਾਹਿਬ ਦਾ ਸਾਰਾ ਇਤਿਹਾਸ ਅਗਲੀ ਵੀਡੀਓ 'ਚ ਦੱਸਾਂਗੇ। ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਸਾਡਾ ਹੌਸਲਾ ਵਧਾਉਣ ਲਈ ਸਾਡੇ ਪੇਜ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ। ਧੰਨਵਾਦ।